हैज़र्ड है और हमने यहाँ से पिछले हर रेनी सीज़न में 2 बार हमने ये देखा है कि पूरा का पूरा जो कचरा है लोगों के टॉयलेट्स का वो वापस आके फ्लोट कर रहा है। और जैसे मैं कह रहा था लास्ट ईयर जो ये हमारे EWS के ग्राउंड फ्लोर है उनके पॉट्स में से वो कचरा आके बाहर फ्लोर्स पे आ गया है। ये तो एक है सर। दूसरा ये है जी आप ये देख लीजिए ये शॉप्स ये क्लेम कर रहा है ये हमने रेजिडेंट्स के लिए बनाई हैं क्या। किस तरह से आप एक्सेप्ट करोगे जस्ट बिकॉज इसने यहाँ पे किवाड़ खोली है और ये दरवाज़ा किया है ये रेजिडेंट्स के लिए है ना 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 ये जो है ये मेजर ट्रैफिक हैज़र्ड होता है। सत श्री अकाल जी, मैं हाँ प्रदीप ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ। ਦੋਸਤੋ ਇਸ ਵੇਲੇ ਅਸੀਂ ਪਹੁੰਚੇ ਹਾਂ VIP ਰੋਡ ਜਿੱਥੇ ਕਿ ਆਰਬਿਟ ਅਪਾਰਟਮੈਂਟਸ ਦੇ ਵਿੱਚ ਕੁਝ ਗੜਬੜੀ ਦਾ ਮਾਹੌਲ ਬਣਿਆ ਹੋਇਆ ਹੈ। ਕਾਰਨ ਕਈ ਨੇ, ਸਮੱਸਿਆਵਾਂ ਕਈ ਨੇ, ਰੈਜ਼ੀਡੈਂਸ਼ੀਅਲਸ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ, ਨਾ ਸਿਰਫ ਇਸ VIP ਰੋਡ ਦੀ ਟ੍ਰੈਫਿਕ ਕਰਕੇ ਬਲਕਿ ਆਰਬਿਟ ਅਪਾਰਟਮੈਂਟਸ ਦੇ ਵਿੱਚ ਜੋ ਰੈਜ਼ੀਡੈਂਸ਼ੀਅਲ ਜਗ੍ਹਾ ਹੈ ਉਸ ਨੂੰ ਕਮਰਸ਼ੀਅਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਸਾਹਮਣੇ CCC ਬਿਲਡਿੰਗ ਹੈ, ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਵੱਡਾ ਜਨਰੇਟਰ ਚੱਲ ਰਿਹਾ ਹੈ। ਫਿਲਹਾਲ ਦਿਨ ਦੇ ਵਿੱਚ ਟ੍ਰੈਫਿਕ ਦਾ ਕਾਫੀ ਸ਼ੋਰ ਹੈ ਪਰ ਇਸ ਜਨਰੇਟਰ ਦੇ ਨਾਲ ਜੋ ਆਰਬਿਟ ਦੇ ਰੈਜ਼ੀਡੈਂਟਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਗੱਲਬਾਤ ਦੇ ਲਈ ਸਾਡੇ ਨਾਲ ਸਰਦਾਰ ਸਾਹਿਬ ਮੌਜੂਦ ਨੇ, ਇਹ ਦੱਸਣਗੇ, ਇੱਥੇ ਰਹਿੰਦੇ ਨੇ, ਪੂਰੀਆਂ ਸਮੱਸਿਆਵਾਂ ਬਾਰੇ ਸਾਨੂੰ ਜਾਣੂ ਕਰਾਉਣਗੇ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ, ਆਪਣਾ ਸ਼ੁਭ ਨਾਮ ਦੱਸ ਦਿਓ। ਮੇਰਾ ਨਾਮ ਗਗਨਪ੍ਰੀਤ ਸਿੰਘ ਹੈਗਾ ਤੇ ਮੈਂ ਆਰਬਿਟ ਸੋਸਾਇਟੀ ਦੇ ਵਿੱਚ ਐਜ਼ ਅ ਜਨਰਲ ਸੈਕਟਰੀ ਅਪਾਇੰਟ ਹੈ ਤੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹੈਗਾ ਕਿ ਮੈਨੂੰ 1.5 ਸਾਲ 1.5 ਸਾਲ ਹੋਇਆ ਹੈਗਾ ਸੋਸਾਇਟੀ ਦੇ ਵਿੱਚ ਆਏ ਹੋਏ ਤੇ ਮੈਂ 1.5 ਸਾਲ ਤੋਂ ਦੇਖ ਰਿਹਾ ਹੈਗਾ ਕਿ ਬਈ ਇਤਨੇ ਮਤਲਬ ਪੌਸ਼ ਇਲਾਕੇ ਦੇ ਵੀ ਸੋਸਾਇਟੀ ਹੋਣ ਦੇ ਬਾਵਜੂਦ ਵੀ ਰੈਜ਼ੀਡੈਂਟਸ ਨੂੰ ਦਿੱਕਤ ਆ ਰਹੀ ਹੈਗੀ ਹੈ। ਉਹ ਦਿੱਕਤ ਬਹੁਤ ਸਾਰੀ ਹੈਗੀਆਂ ਨੇ। ਫਸਟਲੀ ਮੈਂ ਇਹ ਕਹਾਂਗਾ ਵੀ ਜਿਹੜੇ 3 ਟਾਵਰਸ ਬਿਲਕੁਲ ਰੋਡ ਦੇ ਸਾਹਮਣੇ ਦਿਖਾਈ ਦੇ ਰਹੇ ਨੇ, CCC ਦੇ ਸਾਹਮਣੇ ABC ਟਾਵਰ, ਉਨ ਤਿੰਨੋਂ ਟਾਵਰਸ ਦੇ ਵਿੱਚ ਜੋ ਰੈਜ਼ੀਡੈਂਟਸ ਰਹਿ ਰਹੇ ਨੇ ਉਹਨਾਂ ਨੂੰ ਇਸ ਜਨਰੇਟਰ ਤੋਂ ਜੋ CCC ਤੁਸੀਂ ਦੇਖ ਰਹੇ ਹੈਗੇ ਉਹ CCC ਦੇ यहाँ ਜਨਰੇਟਰ ਚੱਲ ਰਿਹਾ ਹੈਗਾ, ਇਹਦਾ ਸ਼ੋਰ ਕਾਫੀ ਹੈਗਾ। ਅਭੀ ਤੋਂ ਟ੍ਰੈਫਿਕ ਕਰਕੇ ਤੁਹਾਨੂੰ ਨੋਇਸ ਨਹੀਂ ਮਾਲੂਮ ਪੈ ਰਹੀ ਹੈਗੀ ਹੈ। ਜਦੋਂ ਰਾਤ ਦੇ ਟਾਈਮ ਜਦੋਂ ਸੌਣ ਦਾ ਟਾਈਮ ਆਉਂਦਾ ਹੈਗਾ ਤੇ ਜਨਰੇਟਰ ਇਤਨੀ ਤੇਜ਼ ਆਵਾਜ਼ ਆਉਂਦੀ ਹੈਗੀ ਹੈ ਕਿ ਵੀ ਜਿਹੜੇ ਟਾਵਰਸ ਦੇ ਵਿੱਚ ABC ਰੈਜ਼ੀਡੈਂਟਸ ਰਹਿੰਦੇ ਨੇ ਉਹ ਬਿਲਕੁਲ ਸੌ ਨਹੀਂ ਪਾਉਂਦੇ। ਤੇ ਅਸੀਂ ਲਾਸਟ ਈਅਰ ਵੀ ਇਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਕਿ ਵੀ ਇਹ ਜਨਰੇਟਰ ਨੂੰ यहाँ से ਹਟਵਾਓ, ਲੇਕਿਨ ਇਹਨਾਂ ਨੇ ਕਿਹਾ ਵੀ ਕੋਈ ਨਹੀਂ, ਕਰਦੇ ਹਾਂ। ਉਹ ਇੱਕ ਸਿੰਪੈਥੀ ਦੇ ਕੇ ਕਿ ਵੀ ਠੀਕ ਹੈ ਅਸੀਂ ਕਰ ਦਾਂਗੇ, ਲੇਕਿਨ ਇਹ ਬਿਲਕੁਲ ਨਹੀਂ ਹੋਇਆ। ਸਾਨੂੰ ਹਾਰ ਕੇ ਹੁਣ ਕਈ यहाँ पर ਪੇਸ਼ੈਂਟ ਵੀ ਹੈਗੇ ਨੇ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ, ਉਹਨਾਂ ਨੇ ਵੀ ਸਾਡੇ ਨਾਲ ਰਿਕੁਐਸਟ ਕੀਤੀ ਕਿ ਵੀ ਇਹਦਾ ਕੋਈ ਸੋਲੂਸ਼ਨ ਲੱਭੋ। ਤੇ ਅਸੀਂ ਸਪੈਸ਼ਲ ਜੈਕ ਟੀਮ ਨੂੰ ਵੀ ਕਿਹਾ ਹੈਗਾ ਕਿ ਇਹਦਾ ਵੀ ਸੋਲੂਸ਼ਨ ਕੱਢੋ। ਤੇ ਆਪਾਂ ਇਹੀ ਰਿਕੁਐਸਟ ਕਰਦੇ ਹੈਗੇ ਆ ਸਭ ਨੂੰ ਕਿ ਬਈ ਇਹ ਜਨਰੇਟਰ ਨੂੰ यहाँ से ਰਿਮੂਵ ਕੀਤਾ ਜਾਵੇ ਜਿਹਦੇ ਨਾਲ ਕਿ ਵੀ ਰੈਜ਼ੀਡੈਂਟਸ ਜਿਹੜੇ ਹੈਗੇ ਨੇ ਆਰਾਮ ਨਾਲ ਸੋ ਸਕਣ, ਕੰਮ ਕਰ ਸਕਣ। ਤੇ ਮੇਰੀ ਸਿਰਫ ਇੰਨੀ ਹੈਗੀ ਹੈ। ਬਾਕੀ ਜਿਹੜੇ ਇਸ਼ੂਜ਼ ਹੈਗੇ ਆ ਜੋ ਰੈਜ਼ੀਡੈਂਟਸ ਕੋ ਲੈ ਕੇ ਜਾਂ ਸੋਸਾਇਟੀ ਨੂੰ ਲੈ ਕੇ ਹੈਗੇ ਨੇ ਉਹ ਸਾਡੇ ਪ੍ਰੈਜ਼ੀਡੈਂਟ ਮਿਸਟਰ ਅਨੂਪ ਕੌਲ ਉਹ ਤੁਹਾਡੇ ਨਾਲ ਸ਼ੇਅਰ ਕਰਨਗੇ। ਜੋ ਵੀ ਪ੍ਰੋਬਲਮਸ ਹੈਗੀਆਂ ਨੇ ਉਹ ਸ਼ੇਅਰ ਕਰਨਗੇ ਤੁਹਾਡੇ ਨਾਲ। ਇਹ ਆਪਾਂ ਹੁਣ VIP ਰੋਡ ਤੇ ਖੜੇ ਆ। ਇਹ ਰੋਡ ਦੇਖੋ ਕਿੰਨੀ ਹੈ, ਇੱਥੋਂ ਖਤਮ ਕਰਤੀ, ਇਹ ਦੀਵਾਰ ਕਰਤੀ ਇਹਨਾਂ ਨੇ। ਚਲੋ ਇਹ ਦੀਵਾਰ ਇਹਨਾਂ ਦੀ ਬਾਉਂਡਰੀ ਵਾਲ ਹੈ, ਇਹ ਬਾਉਂਡਰੀ ਵਾਲ ਸਿੱਧੀ ਜਾ ਰਹੀ ਹੈ। ਇਹ ਵਾਲੀ ਵਾਲ ਦੇ ਅੰਦਰ ਇਹ ਇਹਨਾਂ ਨੇ ਆਪਣਾ ਕਮਰਸ਼ੀਅਲ ਬਣਾਤਾ ਜਿਹੜੀ ਕਿ ਇਹ ਡੇਲੀ ਨੀਡ ਆਈਟਮਸ ਵਾਸਤੇ ਸੀਗੀਆਂ। ਡੇਲੀ ਨੀਡ ਦਾ ਮਤਲਬ ਜਿਹੜੀਆਂ ਇਸ ਸੋਸਾਇਟੀ ਵਾਸਤੇ ਸਿਰਫ ਇਹ ਸੋਸਾਇਟੀ ਨੇ ਇਹ ਦੁਕਾਨਾਂ ਆਪਦੇ ਅੰਦਰ ਵਾਸਤੇ ਕਿ ਜਿਹੜੇ ਲੋਕ ਰਹਿ ਰਹੇ ਨੇ। 9 ਟਾਵਰ ਨੇ ਸਰ, 9 ਟਾਵਰ ਨੇ ਟੋਟਲ ਆਰਬਿਟ ਦੇ 9 ਟਾਵਰ ਹੈ ਕਿ ਇਹ ਦੁਕਾਨਾਂ ਉਹਨਾਂ ਨੂੰ ਕੰਮ ਕਰਨਗੀਆਂ। ਲੇਕਿਨ ਇਹਨਾਂ ਨੇ ਦੁਕਾਨਾਂ ਦਾ ਮੂੰਹ ਬਾਹਰ ਕੱਢ ਕੇ ਔਰ ਜਿਹੜੀ ਇਹ ਇਹਨਾਂ ਦੀ ਜ਼ਮੀਨ ਸੀ ਸੋਸਾਇਟੀ ਦੀ ਲੈਂਡ ਹੈ, ਇਹ ਸੋਸਾਇਟੀ ਦੀ ਲੈਂਡ ਹੈ ਜਿਹੜੇ RW ਉਹਨਾਂ ਦੀ ਲੈਂਡ ਸੀ, ਉਹਨਾਂ ਦੀ ਲੈਂਡ ਨੂੰ ਬਾਹਰਲੇ ਪਾਸੇ 4 ਦੀਵਾਰੀ ਅੰਦਰ ਕਰਤੀ। ਔਰ ਇਹ ਬਾਹਰ ਦਿਖਾਓ ਤੁਹਾਨੂੰ, ਤੁਸੀਂ ਇਹਨਾਂ ਨੂੰ ਦਿਖਾਓ ਇਹ ਦੁਕਾਨਾਂ ਕਿੰਨੀਆਂ, ਮੇਰੇ ਖਿਆਲ 'ਚ 8-9 ਦੁਕਾਨਾਂ ਨੇ, ਸ਼ਾਇਦ 10 ਦੁਕਾਨਾਂ ਕਰਤੀਆਂ ਔਰ ਕਰੀਬ 5-6 ਕਰੋੜ ਦੀਆਂ ਦੁਕਾਨਾਂ ਵੇਚ ਕੇ ਚਲੇ ਗਏ। ਔਰ ਇਹ ਜਿਹੜੀ ਰੋਡ ਦੇਖੋ ਕਿੰਨੀ ਵੇਸਟ ਕੀਤੀ ਹੈ, ਇਹ ਸਾਰੀ ਅੰਦਰ ਦੀ ਸੀਗੀ। ਇਹ ਇਹਨਾਂ ਨੇ ਇੱਧਰੋਂ ਦੀ ਗੇਟ ਕੱਢ ਲਿਆ। ਆ ਦੇਖੋ ਇੱਕ ਵਾਰੀ ਜਿਹੜੀ ਰੋਡ ਜਾ ਰਹੀ ਹੈ। ਹੁਣ ਸਾਡਾ ਕੁਐਸਚਨ ਹੈ ਜੇ ਇਕੱਲੇ ਇੱਥੇ ਨਹੀਂ, ਇੱਥੇ ਇਹਨਾਂ ਨੇ ਆਪਣੇ ਸਟੂਲ ਲਗਾ ਲਏ। ਦੇਖੋ ਉਹ ਦੀਵਾਰ, ਦੇਖੋ ਉਹ ਦੀਵਾਰ ਸਿੱਧੀ ਜਾ ਰਹੀ ਹੈ ਇਸ ਤਰ੍ਹਾਂ। ਇਸ ਦੀਵਾਰ ਦੇ ਨਾਲ ਲੱਗਣੀ ਚਾਹੀਦੀ ਸੀ। ਇਹ ਜਿਹੜਾ 500 ਗਜ ਦਾ 700 ਗਜ ਦਾ ਏਰੀਆ ਹੈ ਇਹ ਸੋਸਾਇਟੀ ਦਾ ਏਰੀਆ ਹੈ ਜਿੱਥੇ ਆਪਾਂ ਖੜੇ ਹਾਂ। ਇੱਥੇ ਦੁਕਾਨਾਂ ਬਣ ਸਕਦੀਆਂ ਸੀ, ਮੂੰਹ ਅੰਦਰ ਹੁੰਦਾ। ਇਹਨੂੰ ਕਮਰਸ਼ੀਅਲ ਦੇ ਵਿੱਚ ਬਦਲ ਦਿੱਤਾ ਗਿਆ ਹੈ। ਇਹਨਾਂ ਨੇ ਕਮਰਸ਼ੀਅਲ ਨੂੰ ਕਰਤਾ। ਕੋਈ ਕਮਰਸ਼ੀਅਲ ਅਪਰੂਵਡ ਨਹੀਂ ਹੈਗਾ। ਇਹ ਤਾਂ ਬਦਮਾਸ਼ੀ ਹੈ, ਸਿਰਫ ਗੁੰਡਾਗਰਦੀ ਹੈ ਬਿਲਡਰਾਂ ਦੀ ਕਿ ਇਸ ਤਰੀਕੇ ਦੀਆਂ ਗੰਦਗੀਆਂ। ਇਹਦਾ ਹੁਣ ਸਾਨੂੰ ਨੁਕਸਾਨ ਕੀ, ਲੋਕਾਂ ਨੂੰ ਕੀ ਹੈ? ਇਹਨਾਂ ਨੇ ਇੱਥੇ ਸਜਾਤਾ ਸਾਰਾ ਕੁਝ, ਤੁਸੀਂ ਦੇਖੋ ਸਾਰਾ ਸਜਾਤਾ।
ਹੁਣ ਜਿਹੜੇ ਸ਼ਰਾਬਾਂ ਕਬਾਬਾਂ ਵਾਲੇ ਨੇ ਉਹ ਇਸ ਰੋਡ ਦੇ ਉੱਤੇ ਗੱਡੀਆਂ ਖੜੀਆਂ ਕਰ ਲੈਂਦੇ ਨੇ, ਇਸ ਰੋਡ ਤੇ ਗੱਡੀਆਂ ਖੜੀਆਂ ਕਰ ਲੈਂਦੇ ਨੇ। ਗੱਡੀ ਦਾ ਇੱਥੇ ਇੱਕ ਤੋਂ ਦੂਜੀ ਨਹੀਂ ਨਿਕਲ ਸਕਦੀ। ਜਦੋਂ ਇੱਕ ਗੱਡੀ ਖੜੀ ਕਰ ਲੈਂਦੇ ਨੇ ਸ਼ਰਾਬ ਕਬਾਬ ਵਾਲੇ, ਉਸ ਤੋਂ ਬਾਅਦ ਇੱਥੇ ਸ਼ਾਮ ਨੂੰ ਜਾਮ ਲੱਗ ਜਾਂਦਾ ਪੂਰਾ। ਤੇ ਅਸੀਂ ਇਸ ਵਾਸਤੇ, ਇਹ ਇੱਕ ਐਗਜ਼ਾਮਪਲ ਹੈ। ਤੁਸੀਂ ਇਹ ਸਾਹਮਣੇ ਦੇਖੋ, ਇਹ ਜਿਵੇਂ ਸਾਹਮਣੇ ਪ੍ਰੋਜੈਕਟ ਹੈ, ਤੁਸੀਂ ਇਹ ਸਾਹਮਣੇ ਪ੍ਰੋਜੈਕਟ ਹੈ, ਜਾਂ ਤੁਸੀਂ ਉਹਨੂੰ ਗੱਡੀ ਲੱਗੀ ਦੇਖੋ, ਇਹ ਸਾਹਮਣੇ ਨੂੰ ਗੱਡੀ ਲੱਗੀ ਇੱਕ ਗੱਡੀ ਦੇ ਨਾਲ ਇੱਕ ਦੀ ਥਾਂ ਬਚ ਗਈ। ਐਵੇਂ ਤੁਸੀਂ ਸਾਹਮਣੇ ਦਿਖਾਓ ਜਿਹੜਾ ਸਾਹਮਣੇ ਪ੍ਰੋਜੈਕਟ ਹੈ, ਇਹ ਦੇਖੋ ਸਰ, ਇਹ ਸਾਹਮਣੇ ਜਿਹੜਾ ਦਿਖਾਇਆ ਆਪਾਂ, ਇਹ ਸਾਹਮਣੇ ਪ੍ਰੋਜੈਕਟ ਦੀ ਜਿਹੜੀ ਬੇਸਮੈਂਟ ਹੈ ਇਹਨਾਂ ਨੇ ਪਾਸ ਕਰਾਈ ਹੁੰਦੀ ਹੈ ਇੱਕ ਪਾਰਕਿੰਗ ਦੇ ਰੂਪ 'ਚ। ਇਹਦੇ ਅੱਗੇ ਕੋਈ ਪਾਰਕਿੰਗ ਨਹੀਂ ਹੈ, ਇਹ ਰੋਡ ਹੈ, ਇਹਨਾਂ ਨੇ ਜਾਣ ਕੇ ਕੀਤਾ ਹੋਇਆ ਹੈ। ਇਹ ਕੋਈ 15 ਫੁੱਟ ਜਾਂ 12 ਫੁੱਟ ਦੀ ਰੋਡ ਨਹੀਂ ਹੈਗੀ, ਇਹ 66 ਫੁੱਟ ਦੀ ਰੋਡ ਹੈ। ਇਹ ਰੋਡ 33 ਫੁੱਟ ਵੀ ਨਹੀਂ ਹੈਗੀ ਛੱਡੀ, ਉਸ ਦੇ ਥੱਲੇ ਪਾਰਕਿੰਗ ਸੀ। ਇਹਨਾਂ ਨੇ ਪਾਰਕਿੰਗ ਨੂੰ ਪਹਿਲਾਂ ਪਾਸ ਕਰਵਾ ਲਿਆ, ਕਮੇਟੀ ਨਾਲ ਮਿਲ ਕੇ ਪਾਰਕਿੰਗ ਪਾਸ ਕਰਤੀ। ਜਦੋਂ ਪਾਰਕਿੰਗ ਪਾਸ ਹੋ ਗਈ ਫਿਰ ਇਹਨਾਂ ਨੇ ਲੋਅਰ ਫਲੋਰ ਬਣਾ ਕੇ 70 ਲੱਖ ਦਾ 80 ਲੱਖ ਦਾ ਇੱਕ ਸ਼ੋਰੂਮ ਵੇਚਤਾ। ਇਹ ਕਮੇਟੀ ਦੀ ਨਿਗਾਹ 'ਚ, ਕਮੇਟੀ ਨੂੰ ਸਾਰਾ ਕੁਝ ਪਤਾ ਹੈ। ਇਹ ਬਦਮਾਸ਼ੀ ਹੈ, ਗੁੰਡਾਗਰਦੀ ਹੈ ਉਹਨਾਂ ਦੀ ਬਿਲਡਰਾਂ ਦੀ ਤੇ MC ਦੇ ਦਫ਼ਤਰਾਂ ਦੀ, ਤੇ ਪਲੱਸ ਜਿਹੜੇ ਇੰਨੇ ਸਾਲ ਸਰਕਾਰ ਗੰਦੀਆਂ ਸਰਕਾਰਾਂ ਸੀ ਜਿਨ੍ਹਾਂ ਨੇ ਇਹਨਾਂ ਨੂੰ ਇਜਾਜ਼ਤਾਂ ਦਿੱਤੀਆਂ। ਹੁਣ ਇਹ ਤੁਸੀਂ ਦੇਖ ਸਕਦੇ ਹੋ, ਇਹ ਪਾਰਕ ਕਿੱਥੇ, ਗੱਡੀ ਕਿੱਥੇ ਖੜੀ ਕਰਨ, ਇਹਨਾਂ ਨੇ ਗੱਡੀ ਦੇਖੋ ਸੜਕਾਂ 'ਤੇ ਖੜੀਆਂ ਕਰ ਰੱਖੀਆਂ ਨੇ। ਇਹ ਜਿਹੜੀ ਹੈ ਇਹ VIP ਰੋਡ ਤੇ ਇਸ ਕਰਕੇ ਬਹੁਤ ਵੱਡਾ ਜਾਮ ਲੱਗਦਾ ਹੈ। ਔਰ ਅਸੀਂ ਇਹ ਜਿਹੜੀ ਰਿਕਵੈਸਟ ਕਰਦੇ ਹਾਂ SDM ਮੈਡਮ ਨੂੰ ਵੀ ਕਿ ਉਹਨਾਂ ਨੇ ਵੈਸੇ ਤਾਂ ਟ੍ਰੈਫਿਕ ਤੇ ਬਹੁਤ ਧਿਆਨ ਦੇ ਰਹੇ ਨੇ, ਪਰ ਇਹ ਜਿਹੜੀਆਂ ਨੇ ਇੱਕ ਦੁਕਾਨਾਂ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਔਰ ਇਹ ਜਿਹੜੇ ਇਹਨਾਂ ਨੇ ਕੀਤੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਅੱਗੇ ਜਿਹੜੀ ਹੋਰ ਜਿਹੜੇ ਨੇ ਲੋਕਾਂ ਨੇ ਬਿਨਾਂ ਕਮਰਸ਼ੀਅਲ ਅੱਗੇ ਜਿੰਨੇ ਨਕਸ਼ੇ ਪਾਸ ਨੇ ਉਸ ਤੋਂ ਵੱਧ ਇਹਨਾਂ ਨੇ ਬਣਾ ਲਏ, ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਰੋਡ ਜਿਹੜੀ ਹੈ ਉਹ ਇੰਨੀ ਚੌੜੀ ਰੋਡ ਹੈ, ਉਹਦੇ ਤੇ ਭਾਵੇਂ 4 ਲੇਨ ਬਣਾ ਲਓ ਇਹਨੂੰ, ਐਡੀ ਵੱਡੀ ਹੈ, ਲੇਕਿਨ ਅੱਜ ਇੱਕ ਕਾਰ ਦੇ ਨਾਲ ਦੂਜੀ ਕਾਰ ਨਹੀਂ ਨਿਕਲ ਸਕਦੀ। ਇਹ ਸਾਡੀ ਬੇਨਤੀ ਹੈ ਮੈਡਮ ਤੋਂ ਵੀ ਜਿਹੜੀ ਇੰਨੀ ਜਨਸੰਖਿਆ 'ਚ ਇੱਥੇ ਲੋਕ ਰਹਿ ਰਹੇ ਨੇ ਉਹਨਾਂ ਦੇ ਸੁੱਖ ਸੁਵਿਧਾ ਵਾਸਤੇ ਇਸ ਟ੍ਰੈਫਿਕ ਤੇ ਕੰਟਰੋਲ ਕਰਨ ਔਰ ਇਹਨਾਂ ਦੀ ਜਿਹੜੀ ਗੁੰਡਾਗਰਦੀ ਉਹਨੂੰ ਬੰਦ ਕਰਨ। ਅੱਛਾ ਚੌਧਰੀ ਸਾਹਿਬ, ਕੌਲ ਸਾਹਿਬ ਦੇ ਨਾਲ ਗੱਲ ਹੋਈ ਸੀ ਪ੍ਰੈਜ਼ੀਡੈਂਟ ਨੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ RTI ਪਾਈ ਸੀ ਤੇ ਕਾਫੀ ਲੰਬੇ ਸਮੇਂ ਤੋਂ ਇਹ ਲੜਾਈ ਲੜ ਰਹੇ ਨੇ, ਪਰ ਸੁਣਵਾਈ ਕੋਈ ਨਹੀਂ ਹੋਈ, RTI ਦਾ ਕੋਈ ਜਵਾਬ ਨਹੀਂ ਆਇਆ। ਇਹਦੇ ਲਈ ਤੁਸੀਂ ਕੀ ਕਦਮ ਚੱਕ ਸਕਦੇ ਹੋ? ਦੇਖੋ ਮੈਂ ਹੁਣ ਸਭ ਕੁਝ ਹੋਏਗਾ। ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਗੰਦੀਆਂ ਸਰਕਾਰਾਂ ਇਹ ਜਿਹੀਆਂ ਗੰਦੀਆਂ ਸੀਗੀਆਂ ਜਿਹੜੀਆਂ ਕੁਝ ਕਰਨ ਨਹੀਂ ਦਿੰਦੀਆਂ ਸੀਗੀਆਂ। ਜਿਵੇਂ ਹੁਣ ਆਪਾਂ ਇੱਥੇ ਖੜੇ ਹਾਂ, SDM ਟ੍ਰੈਫਿਕ ਵਾਲੇ ਸਭ ਆ ਜਾਣਗੇ, ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂਗਾ। ਸਾਡੇ ਇੱਥੋਂ ਦੇ MLA ਕੁਲਜੀਤ ਰੰਧਾਵਾ ਜੀ ਨੇ, ਉਹ ਵੀ ਸਪੋਰਟ ਸਾਨੂੰ ਕਰਨਗੇ ਇਸ ਮਾਮਲੇ 'ਚ, ਵਧੀਆ ਢੰਗ ਨਾਲ ਸਪੋਰਟ ਕਰਨਗੇ, ਕੋਈ ਰੋਕਣ ਵਾਲਾ ਨਹੀਂ। ਪਹਿਲਾਂ ਵਾਲੇ MLA ਸੀ, ਹਲਕਾ ਇੰਚਾਰਜ ਸੀ, ਔਰ ਰੋਕ ਦਿੰਦੇ ਸੀ ਕਿ ਬਿਲਡਰਾਂ ਦੇ ਖਿਲਾਫ ਕਾਰਵਾਈਆਂ ਨਾ ਕਰੋ। ਜਦ ਕਿ ਹੁਣ ਇਹ ਹੈ ਕਿ ਜਿਹੜਾ ਵੀ ਗਲਤ ਹੈ, ਕੋਈ ਵੀ ਗਲਤ ਹੈ, ਚਾਹੇ ਸਾਡਾ ਬੰਦਾ ਚਾਹੇ ਕੋਈ ਹੈ ਗਲਤ ਹੈ, ਗਲਤ ਦੇ ਉੱਤੇ ਕਾਰਵਾਈ ਕਰੋ। ਤਾਂ ਸਾਨੂੰ ਉਮੀਦ ਹੈ ਹੁਣ ਇਹ ਕਾਰਵਾਈਆਂ ਹੋਣਗੀਆਂ। ਤੁਸੀਂ ਦੇਖੋ ਗੱਡੀਆਂ ਲੋਕ ਕਿਵੇਂ ਲਗਾ ਕੇ ਜਾ ਰਹੇ ਆ। ਮੈਂ ਤੁਹਾਨੂੰ ਹੁਣੇ ਗੱਡੀ ਇੱਕ ਹੋਰ ਉਹਨੇ ਲਗਾਤੀ, ਦੇਖੋ ਇੱਥੇ ਗੱਡੀਆਂ ਲੱਗੇ ਕਿਉਂਕਿ ਪਾਰਕਿੰਗ ਨਹੀਂ ਹੈ। ਉਹ ਵੀ ਕੀ ਕਰਨ, ਸਾਹਮਣੇ ਪਾਰਕਿੰਗ ਨਹੀਂ, ਜਦੋਂ ਹੈ ਹੀ ਨਹੀਂ। ਹੁਣ ਤੁਹਾਡੇ ਇਸ ਟਾਈਮ ਹੀ ਇੰਨਾ ਹੈ, ਔਰ ਇਹ ਸ਼ਾਮ ਦੇ ਵੇਲੇ ਤਾਂ ਇੱਥੇ ਤੁਸੀਂ ਇੰਨੀ ਕੁ ਗੱਡੀ ਨਿਕਲਦੀ ਹੈ ਇੱਥੋਂ ਕਿ ਉਹ ਲੰਬਾ ਜਾਮ, ਰੋਡ ਤੱਕ ਜਾਮ ਲੱਗ ਜਾਂਦਾ ਹੈ। ਇਹਦੇ ਤੇ ਜੋ ਕਾਰਵਾਈ ਹੋਵੇ, ਤੁਸੀਂ ਇਹ ਰੋਡ ਤੋਂ ਤੁਸੀਂ ਦੇਖ ਰਹੇ ਹੋ, ਉਹ ਸਾਹਮਣੇ ਲਿਖਿਆ ਹੋਇਆ, ਉਹ ਸੜਕ ਤੇ ਹੀ ਆ ਗਏ, ਸਾਰੇ ਬਣਾਈ ਗਏ, ਕੰਸਟਰਕਸ਼ਨ ਕਰੀ ਗਏ। ਜਿਨ੍ਹਾਂ ਦੇ ਨਕਸ਼ੇ ਪਾਸ ਸਿਰਫ 30 ਫੁੱਟ ਦੇ ਨੇ, ਉਹ 60 ਬਣਾਉਣ, 65 ਬਣਾਉਣ, 70 ਬਣਾਉਣ, ਕੋਈ ਰੋਕਦਾ ਨਹੀਂ। ਕਿਉਂਕਿ MC ਜ਼ੀਰਕਪੁਰ ਦੇ ਜਿਹੜੇ ਅਫਸਰ ਸੀ ਉਹਨਾਂ ਨੂੰ ਭੁੱਖ ਨਹੀਂ ਸੀ ਪੈਸੇ ਦੀ, ਹਵਸ ਸੀ। ਭੁੱਖ ਤਾਂ ਹਰੇਕ ਨੂੰ ਹੁੰਦੀ ਹੈ, ਉਹਨਾਂ ਨੂੰ ਹਵਸ ਸੀ, ਉਹਨਾਂ ਨੇ ਸੜਕਾਂ 'ਤੇ ਵੀ ਕਬਜ਼ੇ ਕਰਾਤੇ। ਤੇ ਹੁਣ ਜਿਹੜੀ ਹੈ ਸਰਕਾਰ ਚੰਗੀ ਆਈ ਹੈ, ਸਾਨੂੰ ਉਮੀਦ ਹੈ ਕਿ ਕੋਈ ਨਾ ਕੋਈ ਇਹੋ ਜਿਹਾ ਦਬਾਅ ਨਹੀਂ ਆਏਗਾ, ਰਾਜਨੀਤਿਕ ਦਬਾਅ ਨਹੀਂ ਆਏਗਾ, ਜਿਸ ਕਰਕੇ ਸਾਨੂੰ ਉਮੀਦ ਹੈ ਹੁਣ ਹੋਵੇਗੀ। ਔਰ ਅੱਜ ਤੋਂ ਹੀ, ਅੱਜ ਦੀ ਗੱਲ ਕਰ ਰਹੇ ਹਾਂ, ਅੱਜ ਇਹ 25 ਮਾਰਚ ਹੈ ਜਾਂ 25 ਮਾਰਚ ਹੈ ਸ਼ਾਇਦ, ਅੱਜ ਤੋਂ ਲਾਓ ਤੁਹਾਨੂੰ 26 27 28 ਮਾਰਚ ਤੱਕ ਤੁਹਾਨੂੰ ਇੱਥੇ ਬਹੁਤ ਵਧੀਆ ਮਿਲੇਗਾ। ਕਿਉਂਕਿ SDM ਮੈਡਮ ਵੀ ਬਹੁਤ ਵਧੀਆ ਇਸ 'ਤੇ ਕੰਮ ਕਰਨਾ ਚਾਹੁੰਦੇ ਨੇ, ਔਰ ਟ੍ਰੈਫਿਕ ਦੇ ਜੋ ਇੰਸਪੈਕਟਰ ਨੇ ਸੁਖਦੀਪ ਜੀ, ਉਹ ਬਹੁਤ ਵਧੀਆ ਨੇ, ਤੇ ਉਹਨਾਂ ਨੇ ਲੈ ਕੇ ਅੱਜ ਮੀਟਿੰਗ ਵੀ ਚੱਲ ਰਹੀ ਉਹਨਾਂ ਦੀ, ਤੇ ਦੇਖਦੇ ਹਾਂ ਬਾਕੀ ਕੀ ਹੁੰਦਾ ਸ਼ਾਮ ਤੱਕ ਜੋ ਵੀ ਹੁੰਦਾ ਹੈ। ਜੀ ਕੌਲ ਸਾਹਿਬ, ਤੁਹਾਡੇ ਵੱਲ ਆ ਜਾਂਦੇ ਆ। ਕਾਫੀ ਸਮੱਸਿਆਵਾਂ ਤੁਸੀਂ ਇਸ ਜਗ੍ਹਾ ਦੀਆਂ ਦੱਸੀਆਂ ਨੇ, ਜਿਵੇਂ ਕਿ ਇਸ ਰੈਸੀਡੈਂਸ਼ੀਅਲ ਜਗ੍ਹਾ ਨੂੰ ਕਮਰਸ਼ੀਅਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਇਸ ਦੀਵਾਰ ਨੂੰ ਤੋੜਿਆ ਗਿਆ ਹੈ, ਇੱਕ RG ਗੇਟ ਵੀ ਲਗਾ ਦਿੱਤਾ ਗਿਆ ਜਿਹਨੂੰ ਕਿ ਤਾਲਾ ਲੱਗਿਆ ਹੋਇਆ ਹੈ। ਤੇ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਇਹ ਲੜਾਈ ਲੜ ਰਹੇ ਹੋ ਤੇ ਹੁਣ ਕੀ ਉਮੀਦ ਜਾਗੇ? ये कोई 2 साल की लड़ाई चल रही है जी, और अनफॉर्चुनेटली जो भी हमने RTIs किए या जो भी हमने एप्लीकेशंस MC को भेजी, तो उसमें तो सीना ठोक के हमारा बिल्डर कहता होगी आपकी तसल्ली, पता लग गया ना, उनको पता लग जाता था, उनको फीडबैक मिल जाता था कि भाई इनकी एप्लीकेशन आई हुई है। अब हम एक्सपेक्ट कर रहे हैं कि ये जो नया पॉलिटिकल समीकरण है उसमें होपफुली जो हमारे
ब्यूरोक्रेट्स और एडमिनिस्ट्रेटर्स काम करेंगे और ये दुख समझेंगे कि ये फ्यूचर क्या है इस जगह का। आप बताइए मेरे को, यहाँ पे 6 बजे आप देख सकते हो, गाड़ी नहीं आप ड्राइव कर सकते हो। यहाँ पे अनफॉर्चुनेटली 2 साल पहले एक फायरिंग हुई है जिसमें कि सो मोटो एक्शन लिया कोर्ट्स ने कि भाई ये कुछ किया जाए। उसमें थोड़ा सा हमारे पुलिस वाले ये जितने भी ये ट्रैफिक के लोग हैं वो एक्शन में आए थे और सफाई सफाई की थी, बट कोई मतलब हमें कोई इम्प्रूवमेंट नहीं नज़र आ रहा। जब तक इसमें ड्रास्टिक एक्शन ना ली जाए, जब तक इसमें एक एग्जाम्पल ना सेट की जाए कि भाई ये गलत था, इसको डिमोलिश करना है। मैं तो ये कह रहा हूँ ब्यूरोक्रेट्स के पास, एडमिनिस्ट्रेशन के पास इनफ राइट्स है, दे डोंट हैव टू गो टू कोर्ट। हम लोग जो नॉर्मल सिटीजन्स हैं, हम कोर्ट का नाम लेके पीछे हट जाते हैं कि उनको एक्शन लेनी चाहिए, ताकि ये एक मैसेज चला जाए सब ब्यूरोक्रेट्स को, ये जो आपने 2 नंबरी काम किए हैं ये आगे नहीं चलेंगे। जो टाउन प्लानिंग की रिक्वायरमेंट है, जो फ्यूचर 20 साल 40 साल 50 साल की रिक्वायरमेंट है, आप पास में देख रहे हैं चंडीगढ़ बना है ना, चंडीगढ़ में कितने साल पहले, तो आपको सीखना चाहिए था चंडीगढ़ से। पंचकुला बना है, देखो मोहाली रिलेटिवली कितना नीट एंड क्लीन है। अभी वी आर सपोज टू बी पार्ट ऑफ मोहाली, और आप देख लीजिए क्या हाल है यहाँ पे। तो हर एक चीज़ में, जैसे कि चौधरी साहब ने कहा है कि ये बेसमेंट था, ये बेसमेंट ना बना के इसको कमर्शियल बना दिया, 70-80 लाख रुपए की दुकान पे, दैट्स क्रिएटेड मेस हियर। इसलिए हम ये चाहते हैं कि हमें एडमिनिस्ट्रेशन से रिलीफ मिले, ताकि जो ये जो बिल्डर्स की दादागिरी है, अनकॉल्ड फॉर दादागिरी है, वो लाइन पे आ जाए, ताकि हम भी सुख चैन से अपने आगे की ज़िंदगी बिता दें और वो अपना बिजनेस में लगे रहें। हमें कोई दिक्कत थोड़ी है यार उससे। तो ये हमारी रिक्वेस्ट है। ਗੌਲ ਸਾਹਿਬ म्यूनसिपल कारपोरेशन ਕੋਲੇ ਜਾਂਦੇ ਸੀ, ਕੀ ਜਵਾਬ ਸੁਣਨ ਨੂੰ ਮਿਲਦਾ ਸੀ? यार म्यूनसिपल कॉरपोरेशन में हमारे जो RTIs हैं, एक सज्जन ने हमें हेल्प किया और हमारी RTIs एक लड़के के, एक जूनियर ड्राफ्ट्समैन के ड्रार में से निकली हैं बस। उसके बाद अनफॉर्चुनेटली कोविड का इम्पैक्ट आने लगा, उसके बाद हमने बहुत ज़्यादा फॉलो अप नहीं किया, पर कोई एक्शन नहीं हुई है। हमने अभी रिसेंटली चौधरी साहब को वो जो हमारी 2017 की एप्लीकेशंस थी, जिसमें हमने मेजर आर्ट डिविएशंस थी, जो हमने उस टाइम MC को भेजी थी कि आके देख ले, तो आज की बात तो उनमें थी ही नहीं कि भाई इसमें आपने STP को कनेक्ट नहीं किया, इसमें रेन वाटर हार्वेस्टिंग नहीं है, इसमें ये दुकानें आपने कैसे निकाली है, ये तो बात ही नहीं थे। या एक हमारा बहुत बड़ा मसला है जो हमारे बिल्डर ने वन टाइम इंटरेस्ट फ्री मेंटेनेंस हम लोगों से, कई रेजिडेंट से कलेक्ट की है। अब वो मेहरबानी करके क्या ऐसा वो अपीयर कर रहा है जैसे वो मेहरबानी कर रहा है, वो हमें वापस दे रहा है पैसे, उसमें से वो 12% काट रहा है। और हमने GST ऑफिस से भी पता किया है, इसमें कोई भी वो GST नहीं काट सकता है। इनफैक्ट उल्टा उसको हमें इंटरेस्ट देना है, उसे हमें इंटरेस्ट का और सब खर्चों का डिटेल्स देने हैं, जो उसने फ्लैटली रिफ्यूज़ किया है। तो हम ये भी जैक के थ्रू ये इशू भी टेकअप करना चाहते हैं कि इस टाइप की मनमानी नहीं होनी चाहिए। भारत संविधान से चलेगा, हर एक काम यहाँ का संविधान से होना चाहिए। ये नहीं है कि मैं बिल्डर हूँ, क्योंकि मैंने इधर उधर पैसे खिलाए हैं इसलिए मेरे तो 7 खून माफ़ हो जाएंगे। हम ये नहीं चाहते। हम चाहते हैं कि जो भी काम हो रहा हो किसी संविधान के अनुसार हो, ताकि जैसे मैं कह रहा हूँ कि हमारी लाइफ भी इजी गोइंग हो, हम भी शांति से रहे और सब हमारा जो एनवायरनमेंट आसपास का हो वो शांतिपूर्ण हो। ਅੱਛਾ, এনवायरमेंट ਦੀ ਤੁਸੀਂ ਗੱਲ ਕੀਤੀ ਹੈ, CCC ਦੇ ਵਿੱਚ ਇੱਕ ਜਨਰੇਟਰ ਪਿਆ ਹੈ ਬਹੁਤ ਵੱਡਾ, ਉਹ ਕੀ ਸਮੱਸਿਆ, ਉਹਦੇ ਬਾਰੇ ਵੀ ਜ਼ਰਾ ਦੱਸ ਦਿਓ। ये CCC में आपने देखा कि एक जनरेटर चल रहा है जी, इस टाइम ये आवाज़ आ रही है रात को, शाम को जब ट्रैफिक नहीं चलता है, तो ये जो हमारे B ब्लॉक C ब्लॉक हैं, वो अगर खिड़की भी खोलते हैं तो इतनी नॉइज़ आती है कि वो डिस्टर्बेंस बहुत ज़्यादा हो जाती है। हमने पिछले साल समर्स में हमारे कुछ रेजिडेंट्स CCC की मैनेजमेंट से मिलके उनसे रिक्वेस्ट की थी कि ये समस्या आ रही थी, और उन लोगों ने हमें आश्वासन दिया था कि ये जनरेटर ये यहाँ से हटाएंगे। उनके पास काफ़ी जगह है, कहीं पे भी वो जनरेटर लगा सकते हैं, पर वो हुआ नहीं है। और अब समर चालू हो गई है, जनरेटर कई घंटे चलता है, दिन में नॉइज़ होती है, रात को तो बहुत ज़्यादा, रात में तो बहुत ज़्यादा डिस्टर्बेंस होती है। अब हम फिर से रिक्वेस्ट कर सकते हैं, पर ये काम भी एडमिनिस्ट्रेशन को करना है। ये नॉइज़ पोल्यूशन है, ये पोल्यूशन कंट्रोल बोर्ड इनको अप्रूवल नहीं देता है ये जनरेटर ऐसे इस लोकेशन पर रखे। तो आप देख लीजिए, जब सड़क के अक्रॉस है ये जनरेटर 20-25 या 40 फुट दूर है, तो बड़ी डिस्टर्बेंस होती है। हम ये भी अब जैक के थ्रू हम ये भी टेकअप करना चाहते हैं कि भाई इस चीज़ को रिलोकेट किया जाए, ताकि ये जो नॉइज़ पोल्यूशन और नॉइज़ न्यूसेंस है
उसका समाधान किया जाए। ਸੋ ਪ੍ਰਮੋਦ ਜੀ, ਅਸੀਂ ਕੌਲ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਤੁਸੀਂ ਦੱਸੋ ਕਿ ਕਿਸ ਪ੍ਰਕਾਰ ਦੀਆਂ ਪਰੇਸ਼ਾਨੀਆਂ ਇੱਥੇ ਰੈਜ਼ੀਡੈਂਟਸ ਨੂੰ ਆ ਰਹੀਆਂ ਨੇ, ਕੀ ਮਾਹੌਲ ਬਣਦਾ ਏ ਸਵੇਰ ਸ਼ਾਮ ਦਿਨ ਦੇ ਵਿੱਚ, ਕਿੰਨੀਆਂ ਕੁ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ? ਬਈ ਸਭ ਤੋਂ ਪਹਿਲਾਂ ਤਾਂ ਮੈਂ ਚੌਧਰੀ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਇਹ ਗਰੁੱਪ ਤਿਆਰ ਕੀਤਾ ਤੇ ਪੂਰੇ ਜ਼ੀਰਕਪੁਰ ਦੀ ਸੁਸਾਇਟੀ ਮੈਂਬਰ ਨੂੰ ਉਹ ਨਾਲ ਲੈ ਕੇ ਚੱਲ ਰਹੇ ਨੇ ਔਰ ਬਹੁਤ ਅੱਛਾ ਕੰਮ ਉਹ ਕਰ ਰਹੇ ਨੇ। ਸਾਡੀ ਉਮੀਦ ਹੈ ਕਿ ਹਰ ਉਹ ਸਮਾਜ ਸੇਵਾ ਦੇ ਕੰਮ 'ਚ ਸਫਲ ਹੋਣਗੇ। ਬਾਕੀ ਉਹਨਾਂ ਨੇ ਚਾਨਣਾ ਪਾਇਆ ਹੈ ਬਈ ਜਿਹੜੀ ਰੋਡ ਹੈ ਉਹ ਰੋਡ 66 ਫੁੱਟ ਨਾ ਹੋ ਕੇ ਕਿਧਰੇ 20 ਫੁੱਟ ਰਹਿ ਗਈ, ਕਿਧਰੇ 30 ਰਹਿ ਗਈ, ਕਿਧਰੇ 40 ਰਹਿ ਗਈ, ਕਿਉਂਕਿ ਜਿਹੜੇ ਸ਼ੋਰੂਮ ਦੇ ਮਾਲਿਕ ਨੇ ਉਹਨਾਂ ਨੇ ਆਪਣੇ ਆਪਣੇ ਮਤਲਬ ਪਾਰਕਿੰਗ ਵਧਾ ਕੇ ਜਾਂ ਕਿਸ ਤਰ੍ਹਾਂ ਕਰਕੇ ਉਸ 'ਤੇ ਆਪਣਾ ਕਬਜ਼ਾ ਜਾਂ ਜਮਾ ਲਿਆ ਹੈਗਾ। ਤੇ ਉਸ ਤੋਂ ਇਲਾਵਾ ਸਰ ਜਿਹੜੇ ਸ਼ੋਰੂਮ ਹੈ ਕਈ ਪੂਰੇ ਉੱਥੋਂ ਮਾਇਆ ਗਾਰਡਨ ਤੋਂ ਲੈ ਕੇ ਮੈਟਰੋ ਤੱਕ ਸੱਜੇ ਔਰ ਖੱਬੇ ਹਰ ਇੱਕ ਸ਼ੋਰੂਮ ਨੇ ਆਪਣੇ ਆਪਣੇ ਉੱਥੇ ਵੈਂਡਰ ਬਿਠਾ ਦਿੱਤੇ ਜੀ। ਕੋਈ ਸਿਲਾਈ ਮਸ਼ੀਨਾਂ ਦੇ ਕੇ ਬਿਠਾ ਦਿੱਤਾ, ਕੋਈ ਆਪਣਾ ਸਨੈਕਸ ਵਾਸਤੇ ਬਿਠਾਤਾ, ਕੋਈ ਵੈਜ ਵਾਲਾ, ਨੌਨ ਵੈਜ ਵਾਲਾ। ਤੇ ਉਹ ਰਾਤ ਨੂੰ ਉਹ ਸਾਰੀਆਂ ਗੱਡੀਆਂ ਆਉਂਦੀਆਂ ਨੇ, ਡਰਿੰਕ ਵਗੈਰਾ ਚੱਲਦੀ ਹੈ ਔਰ ਜਿੰਨਾ ਵੀ ਉਹ ਵੈਂਡਰ ਸਪਲਾਈ ਕਰਦੇ ਨੇ, ਡਰਿੰਕ ਕਰਨ ਵਾਲੇ ਡਰਿੰਕ ਕਰਕੇ ਚਲੇ ਜਾਂਦੇ ਨੇ। ਉਹ ਡਿਸਪੋਜ਼ੇਬਲ ਗਲਾਸ, ਡਿਸਪੋਜ਼ੇਬਲ ਗੰਦੀਆਂ ਪਲੇਟਾਂ ਸਾਰੀਆਂ ਉੱਤੇ ਸੜਕ ਦੇ ਉੱਤੇ ਖਿਲਾਰ ਕੇ ਚਲੇ ਜਾਂਦੇ ਨੇ, ਜਿਹੜੇ ਕਿ ਸਵੇਰੇ ਉੱਠੋ ਤੇ ਇੰਨਾ ਕੁ ਬੁਰਾ ਹਾਲ ਮਿਲਦਾ ਹੈ, ਇੰਨੀ ਗੰਦਗੀ ਮਿਲਦੀ ਹੈ। ਉਹਦੇ ਇਲਾਵਾ ਜਿਹੜੀਆਂ ਗੱਡੀਆਂ ਖੜ ਜਾਂਦੀਆਂ ਨੇ ਉਹਦੇ ਕਰਕੇ ਜਿਹੜਾ ਜਾਮ ਲੱਗਦਾ, ਚੌਧਰੀ ਸਾਹਿਬ ਨੇ ਚਾਨਣਾ ਪਾ ਹੀ ਦਿੱਤਾ ਹੈ ਕਿ ਅਗਰ ਸਵੇਰੇ ਤੁਸੀਂ ਦੇਖੋ ਇੱਥੇ ਜਾਮ ਦੀ ਹਾਲਤ ਔਰ ਸ਼ਾਮ ਨੂੰ ਦੇਖੋ ਤੁਸੀਂ, ਮੰਨ ਲਓ ਅਗਰ ਕੋਈ ਐਂਬੂਲੈਂਸ ਜਾਂ ਕੋਈ ਮਰੀਜ਼ ਕਾਰ ਦੇ ਵਿੱਚ ਫਸ ਜਾਂਦਾ ਹੈ, ਉਹ ਛੇਤੀ ਦੇ ਕੇ ਨਿਕਲ ਨਹੀਂ ਪਾਏਗਾ। 1 ਘੰਟੇ ਤੋਂ ਪਹਿਲਾਂ ਮਰੀਜ਼ ਹਸਪੀਟਲ ਨਹੀਂ ਪਹੁੰਚ ਪਾਏਗਾ, ਇੱਥੇ ਇੰਨਾ ਕੁ ਜਾਮ ਲੱਗ ਜਾਂਦਾ ਜੀ। ਤੇ ਮੈਂ ਵੀ ਪ੍ਰਸ਼ਾਸਨ ਨੂੰ ਥੋੜੀ ਜਿਹੀ ਆਪਣੀ ਰਿਕੁਐਸਟ ਕਰਦਾ ਕਿ ਇਹਦੇ ਪ੍ਰਤੀ ਥੋੜਾ ਸੀਰੀਅਸ ਹੋ ਕੇ ਇਸ ਤੇ ਆਪਣਾ ਜੋ ਵੀ ਉਚੇਚੀ ਕਾਰਵਾਈ ਹੈ ਉਹ ਆਪਣਾ ਕਰਨ। ਸੋ ਦੋਸਤੋ, ਆਰਬਿਟ ਅਪਾਰਟਮੈਂਟਸ ਦੇ ਜਿੰਨੇ ਵੀ ਨਿਵਾਸੀ ਨੇ, ਜਿੰਨੇ ਵੀ ਰੈਜ਼ੀਡੈਂਟਸ ਨੇ, ਉਹਨਾਂ ਨੇ ਆਪਣੀ ਸਮੱਸਿਆ ਅੱਜ ਮੀਡੀਆ ਰਾਹੀਂ ਸਾਂਝੀ ਕੀਤੀ ਹੈ ਕਿ ਕਿਸ ਪ੍ਰਕਾਰ ਜੋ ਬਿਲਡਰਸ ਨੇ ਉਹਨਾਂ ਵੱਲੋਂ ਜੋ ਰੈਜ਼ੀਡੈਂਸ਼ੀਅਲਸ ਪ੍ਰੋਪਰਟੀਆਂ ਨੇ ਜਾਂ ਰੈਜ਼ੀਡੈਂਟ ਵਾਸਤੇ ਜੋ ਪ੍ਰੋਪਰਟੀਆਂ ਨੇ ਉਹਨਾਂ ਨੂੰ ਕਿਸ ਪ੍ਰਕਾਰ ਕਮਰਸ਼ੀਅਲ ਬਣਾ ਕੇ ਇੱਥੇ ਦੁਕਾਨਾਂ ਦੇ ਮੂੰਹ ਘੁਮਾ ਦਿੱਤੇ ਗਏ ਨੇ, ਕੰਧਾਂ ਤੋੜ ਕੇ ਉੱਥੇ ਬੈਠਣ ਦੀ ਜਗ੍ਹਾ ਬਣਾ ਦਿੱਤੀ ਗਈ ਹੈ, ਜਿਹੜੀ ਕਿ VIP ਰੋਡ ਦੀ ਟ੍ਰੈਫਿਕ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਦੇ ਮੁੱਖ ਕਾਰਨ ਬਣ ਰਹੇ ਨੇ। ਤੇ ਇਸੇ ਪ੍ਰਕਾਰ ਦੇ ਨਾਲ ਉਹਨਾਂ ਨੇ ਉਮੀਦ ਜਤਾਈ ਹੈ ਡੇਰਾ ਬਸੀ ਦੇ SDM ਤੋਂ ਕਿ ਜ਼ਰੂਰ ਜੋ SDM ਮੁਹਤਰਮਾ ਨੇ ਉਹ ਜ਼ਰੂਰ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੱਢਣਗੇ ਅਤੇ ਬਿਲਡਰ ਜੋ ਹੈ ਉਸ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਵੇਗੀ ਤੇ ਸੰਬੰਧਿਤ ਅਧਿਕਾਰੀ ਜਿਨ੍ਹਾਂ ਵੱਲੋਂ ਉਹਨਾਂ ਦੀ RTI ਤੱਕ ਦਾ ਜਵਾਬ ਨਹੀਂ ਦਿੱਤਾ ਗਿਆ। ਸੋ ਦੋਸਤੋ, ਆਵਾਜ਼ ਉਠਾਈ ਹੈ, ਉਮੀਦ ਕਰਦੇ ਹਾਂ ਕਿ ਆਵਾਜ਼ ਜੋ ਹੈ ਉਹ ਪ੍ਰਸ਼ਾਸਨ ਤੱਕ ਪਹੁੰਚੇਗੀ ਤੇ ਕੋਈ ਨਾ ਕੋਈ ਰਸਤਾ ਨਿਕਲੇਗਾ ਆਰਬਿਟ ਅਪਾਰਟਮੈਂਟਸ ਦੇ ਰਹਿਣ ਵਾਲੇ ਨਿਵਾਸੀਆਂ ਦੇ ਲਈ। ਸੋ ਦੋਸਤੋ, ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ? ਆਪਣੀ ਕੋਈ ਵੀ ਰਾਏ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਹਰ ਪ੍ਰਕਾਰ ਦੀਆਂ ਅਪਡੇਟਸ ਦੇ ਲਈ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਵੌਇਸ ਆਫ ਪੰਜਾਬ TV। ਕੈਮਰਾਮੈਨ ਮੁਕੇਸ਼ ਨਾਥ ਦੇ ਨਾਲ ਮੈਂ ਪ੍ਰਦੀਪ ਧੀਮਾਨ, ਵੌਇਸ ਆਫ ਪੰਜਾਬ TV ਜ਼ੀਰਕਪੁਰ ਤੋਂ।